सतनाम श्री वाहिगुरु जी। गुरु प्यारिओ, ਅਸੀਂ ਅੱਜ ਤੋਂ श्री गुरु ग्रंथ साहिब जी ਦੀ सरल ਪੰਜਾਬੀ ਭਾਸ਼ਾ ਦੇ ਵਿੱਚ ਵਿਆਖਿਆ ਸ਼ੁਰੂ ਕਰਨ ਲੱਗੇ ਹਾਂ। ਇਹ ਵਿਆਖਿਆ ਗੁਰੂ ਸਾਹਿਬ ਦੇ ਪਹਿਲੇ ਅੰਗ ਤੋਂ ਲੈ ਕੇ ਅਖੀਰਲੇ ਅੰਗ ਤੱਕ ਦੀ ਹੋਵੇਗੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਵੀਡੀਓ ਦੇ ਵਿੱਚ ਇੱਕ ਅੰਗ ਦੀ ਵਿਆਖਿਆ ਕੀਤੀ ਜਾਵੇ ਤਾਂ ਕਿ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਤੇ ਤੁਹਾਨੂੰ ਸੁਣਨ ਦੇ ਵਿੱਚ ਵੀ ਤੇ ਉਹਨੂੰ ਗ੍ਰਹਿਣ ਕਰਨ ਦੇ ਵਿੱਚ ਵੀ ਆਸਾਨੀ ਹੋਵੇ, ਉਹਨੂੰ ਸਮਝਣ ਦੇ ਵਿੱਚ ਵੀ ਆਸਾਨੀ ਹੋਵੇ। ਤਾਂ ਆਪਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਸ਼ੁਰੂ ਕਰਨ ਲੱਗੇ ਹਾਂ। ਪਹਿਲੇ ਅੰਗ ਤੋਂ ਮੂਲ ਮੰਤਰ ਤੋਂ ਸ਼ੁਰੂਆਤ ਹੁੰਦੀ ਹੈ। ਮੂਲ ਮੰਤਰ ਇੱਕ ਸਿੱਖੀ ਦਾ ਸਿਧਾਂਤ ਹੈ। ਤਾਂ ਮੂਲ ਮੰਤਰ ਤੋਂ ਆਪਾਂ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰਦੇ ਹਾਂ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸਾਰਾ ਮਿਲ ਕੇ ਇਹ ਦੋ ਪੰਕਤੀਆਂ ਮੂਲ ਮੰਤਰ ਦੀ ਰਚਨਾ ਕਰਦੀਆਂ ਹਨ। ਇੱਥੇ ਇੱਕ ਓੰਕਾਰ ਨੂੰ ਮੈਂ ਥੋੜਾ ਐਕਸਪਲੇਨ ਕਰ ਦੇਣਾ ਚਾਹੁੰਦਾ। ਇੱਕ ਓੰਕਾਰ ਦੇ ਤਿੰਨ ਹਿੱਸੇ ਬਣਦੇ ਨੇ। ਉਹ ਕਿਹੜੇ ਨੇ ਕਿ ਇੱਕ ਓਮ ਤੇ ਕਾਰ। ਇੱਕ ਦਾ ਮਤਲਬ ਹੈ ਇੱਕ, ਓਮ ਦਾ ਮਤਲਬ ਇੱਥੇ ਹੈ ਇੱਕ ਅਜਿਹੀ ਹਸਤੀ, ਤੇ ਕਾਰ ਦਾ ਮਤਲਬ ਹੈ ਜਿਹਦੇ ਵਿੱਚ ਕਦੇ ਵੀ ਤਬਦੀਲੀ ਨਹੀਂ ਆਉਂਦੀ। ਤਾਂ ਇੱਕ ਓੰਕਾਰ ਦਾ ਮਤਲਬ ਕਿ ਇੱਕ ਉਹ ਹਸਤੀ ਜੋ ਜੁਗਾਂ ਤੋਂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਅਟਲ ਹੈ, ਉਹਦੇ ਵਿੱਚ ਕੋਈ ਵੀ ਤਬਦੀਲੀ ਨਾ ਆਈ ਹੈ ਤੇ ਨਾ ਹੀ ਭਵਿੱਖ ਦੇ ਵਿੱਚ ਕਦੇ ਆਏਗੀ। ਤਾਂ ਇਸ ਪੂਰੇ ਮੂਲ ਮੰਤਰ ਦਾ ਜਿਹੜਾ ਅਰਥ ਬਣਦਾ ਉਹ ਇਹ ਹੈ ਕਿ ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ਹੈ ਸ੍ਰਿਸ਼ਟੀ ਦਾ ਰਚਨਹਾਰਾ, ਜੋ ਸਭ ਵਿੱਚ ਵਿਆਪਕ ਹੈ, ਭਾਵ ਕਿ ਹਰ ਚੀਜ਼ ਦੇ ਵਿੱਚ, ਹਰ ਜੀਵ ਜੰਤੂ ਦੇ ਵਿੱਚ ਹੈ। ਉਹ ਕਿਸੇ ਵੀ ਭੈ ਤੋਂ ਰਹਿਤ ਹੈ, ਯਾਨੀ ਕਿ ਨਿਰਵੈਰ। ਨਿਰਵੈਰ ਦਾ ਮਤਲਬ ਕਿ ਉਹ ਕਿਸੇ ਵੀ ਤਰ੍ਹਾਂ ਦੇ ਵੈਰ ਤੋਂ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਕਿ ਜਿਸ ਦਾ ਸਰੀਰ ਨਾਸ ਰਹਿਤ ਹੈ। ਇਹਦਾ ਸਰੀਰ ਕਦੇ ਵੀ ਨਸ਼ਟ ਨਹੀਂ ਹੋ ਸਕਦਾ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਆਪਣੇ ਪੂਰੇ ਮੂਲ ਮੰਤਰ ਦੇ ਅਰਥ ਹਨ। ਇਸ ਤੋਂ ਬਾਅਦ ਆਪਣੀ ਜਪਜੀ ਸਾਹਿਬ ਦੀ ਬਾਣੀ, ਜਿਹਨੂੰ ਕਿ ਬਾਣੀ ਜਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਸਟਾਰਟ ਹੁੰਦੀ ਹੈ। ਜਪ ਬਾਣੀ ਹੈ ਜਿਹੜੀ, ਉਹ ਜਪ ਸ਼ਬਦ ਤੋਂ ਸਟਾਰਟ ਹੁੰਦੀ ਹੈ। ਜਪ ਸ਼ਬਦ ਦਾ ਆਪਣਾ ਮਤਲਬ ਇਹੀ ਹੈ ਕਿ ਇਹ ਅੱਗੇ ਜੋ ਬਾਣੀ ਆਉਣ ਵਾਲੀ ਹੈ ਉਹਦਾ ਨਾਮ ਹੈ ਜਪ। ਸੋ ਹੁਣ ਆਪਾਂ ਜਪਜੀ ਸਾਹਿਬ ਦੀ ਬਾਣੀ ਦਾ ਉਚਾਰਨ ਤੇ ਵਿਆਖਿਆ ਆਰੰਭ ਕਰਦੇ ਹਾਂ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਮਤਲਬ ਕਿ ਮੁੱਢ ਤੋਂ, ਸੱਚ ਜਾਣੀ ਕਿ ਹੋਂਦ ਵਾਲਾ, ਜਿਹੜੀ ਚੀਜ਼ ਦੀ ਕਿਸੇ ਦੀ ਹੋਂਦ ਹੈ। ਸੋ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹੇ ਨਾਨਕ, ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਮਤਲਬ ਕਿ ਅਕਾਲ ਪੁਰਖ ਜਦੋਂ ਤੋਂ ਇਹ ਸੰਸਾਰ, ਇਹ ਯੂਨੀਵਰਸ ਬਣਿਆ ਹੈ, ਉਦੋਂ ਤੋਂ ਹੀ ਮੌਜੂਦ ਹੈ। ਇਹ ਇਸ ਵੇਲੇ ਵੀ ਮੌਜੂਦ ਹੈ ਅਤੇ ਅਗਾਂਹ ਵੀ ਮੌਜੂਦ ਰਹੇਗਾ। ਅੱਗੇ ਚੱਲਦੇ ਹਾਂ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਇਸ ਵਿੱਚ ਸੋਚੈ ਸ਼ਬਦ ਦੀ ਜੇ ਆਪਾਂ ਗੱਲ ਕਰੀਏ ਤੇ ਆਪਾਂ ਨੂੰ ਇਹ ਲੱਗਦਾ ਕਿ ਸੋਚ ਨੂੰ ਨਿਰਧਾਰਿਤ ਕਰਦਾ ਹੈ, ਹਾਲਾਂਕਿ ਅਜਿਹਾ ਨਹੀਂ ਹੈ। ਸੋਚੈ ਸ਼ਬਦ ਦਾ ਇੱਥੇ ਮਤਲਬ ਹੈ ਸੁੱਚ ਰੱਖਣਾ। ਜਿਵੇਂ ਕਿ ਆਪਾਂ ਇਸ਼ਨਾਨ ਕਰਦੇ ਹਾਂ, ਇੱਕ ਤਰ੍ਹਾਂ ਨਾਲ ਕਹਿ ਦਿੰਦੇ ਹਾਂ ਕਿ ਪਵਿੱਤਰਤਾ ਰੱਖਣੀ। ਤਾਂ ਗੁਰੂ ਜੀ ਕਹਿੰਦੇ ਨੇ ਕਿ ਜੇ ਮੈਂ ਲੱਖ ਵਾਰੀ ਵੀ ਇਸ਼ਨਾਨ ਕਰਾਂ, ਇਸ਼ਨਾਨ ਕਰਕੇ ਆਪਦੇ ਸਰੀਰ ਨੂੰ ਸੁੱਚ ਰੱਖਾਂ, ਪਵਿੱਤਰ ਕਰਾਂ, ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮੈਨੂੰ ਮਨ ਦੀ ਸੁੱਚ ਨਹੀਂ ਮਿਲ ਸਕਦੀ। ਮੇਰਾ ਮਨ ਸਾਫ਼ ਨਹੀਂ ਹੋ ਸਕਦਾ। ਸਰੀਰ ਦੇ ਧੋਤਿਆਂ ਮੇਰਾ ਮਨ ਸਾਫ਼ ਨਹੀਂ ਹੋ ਸਕਦਾ। ਤੇ ਕਹਿੰਦੇ ਕਿ ਜੇ ਮੈਂ ਸਰੀਰ ਦੀ ਇੱਕ ਤਾਰ ਸਮਾਧੀ ਵੀ ਲਾਈ ਰੱਖਾਂ, ਤਾਂ ਵੀ ਇਸ ਤਰ੍ਹਾਂ ਚੁੱਪ ਰਹਿਣ ਨਾਲ ਮੈਨੂੰ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ। ਕਿ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਕਿ ਮੈਂ ਇੱਕ ਤਾਰ ਬੈਠ ਕੇ, ਇਕਜੁੱਟ ਹੋ ਕੇ ਮਨ ਦੀ ਸਮਾਧੀ ਵੀ ਲਾ ਲਵਾਂ, ਤਾਂ ਇਸ ਤਰ੍ਹਾਂ ਚੁੱਪ ਰਹਿਣ ਨਾਲ ਵੀ ਮੈਨੂੰ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ।
अगली पंक्ति है, भुखियां भुख न उतरी जे बन्ना पुरियां भार, सहस सियानपा लख होए तां एक न चलै नाल। कि जे मैं सारे संसार दे पदार्थां दे ढेर भी साਂਭ लवां तां भी मेरी तृष्णा जिहड़ी है वो दूर नहीं हो सकती, तां भी मेरा लालच है जिहड़ा मेरी भुख है वो नहीं मिट सकती। जे मेरे विच हज़ारां लखां चतुराइयां होवन तां मौके ते आके जां ये कहिए कि उस वेले उस वेले का मतलब है कि अपनी मृत्यु वेले अपनी एक भी चतुराई जिहड़ी है काम नहीं कर सकती। जदों परमात्मा का हुक्म हो गया इस संसार तो सानू लिजाण दा, तां उस वेले साडियां लखां हज़ारां चतुराइयां दे विचों एक भी साडा साथ नहीं देऊगी। अगे गुरु साहब कहंदे ने कि किव सचियारा होई है, किव कूड़ा टुटै पाल, हुक्म रजाई चलना नानक लिखिया नाल। कि जे मैनू सारे संसार दे पदार्थ पा के भी मेरा लालच नहीं मिटदा, मेरियां जदों इन्नियां चतुराइयां भी मेरे काम नहीं आउंदियां, तां फिर किव सचियारा होई है, तां मैं किवें परमात्मा नू पा सकदा है। ते किव कूड़ा टुटै पाल, तां मेरे अंदर दा जिहड़ा कूड़ है ओह किवें हट सकदा है। मेरे अंदर जिहड़ा कह सकते हैं कि कूड़ भरिया होया है, बुरे विचार विकार भरे हुए ने, वो किवें दूर हो सकते हैं। तो गुरु साहब कहंदे ने कि हुक्म रजाई चलना नानक लिखिया नाल। कि इहदा इक्को एक हल यही है कि प्रभु दी मालक दी उस अकाल पुरख दी रज़ा दे विच चलो, उहदे हुक्म दे नाल तुरो। यह विधि दुनिया दे आरंभ तो ही चली आ रही है ते यह हमेशा चलती रहेगी। जिवें कि जे आपां अपने पिता दी मर्जी दे विच तुरदे हैं, उहदे कहे अनुसार काम करदे हैं, तां आपस दे विच प्यार रहिंदा है। पर जे वो आपां ना करिए तां ओह दूरियां पै जांदियां ने। तां इसे तरह गुरु साहब कहना चाहुंदे ने कि जे आपां अकाल पुरख दी रज़ा दे विच रहने हैं तां अपने अंदर प्यार है, तां आपां उस परमात्मा नूं पा सकदे हैं। पर जे आपां उस रज़ा दे विच नहीं चलदे तां उहनूं पाउणा बहुत कठिन है। हुक्मी होवन आकार, हुक्म ना कहिया जाई, हुक्मी होवन जी, हुक्म मिलै वडियाई। कि अकाल पुरख दे हुक्म अनुसार ही सारे शरीर बनते हैं। हुक्मी होवन आकार ते हुक्म ना कहिया जाई, ते यह हुक्म जिहड़ा है वह शब्दां दे विच बयान नहीं किया जा सकता। हुक्मी होवन जी यानी कि सारे जीव जम पैंदे हन, तां उन्हां दा जमना जिहड़ा है परमात्मा दे उस अकाल पुरख दे हुक्म अनुसार ही हुंदा है। ते हुक्म मिलै वडियाई, ते उहदे हुक्म नाल ही सानू इस दुनिया दे उत्ते वडियाई मिलदी है, साडी प्रशंसा हुंदी है, साडी शोभा हुंदी है। हुक्मी उत्तम नीच, हुक्म लिख दुख सुख पाई है। एक ना हुक्मी बख्शीस, एक हुक्मी सदा भवाई है। इत्थे भी गुरु साहब अकाल पुरख दे हुक्म दी ही गल करदे हन। वो कहंदे हन कि रब दे हुक्म अनुसार ही कोई बंदा चंगा बन जांदा है, ते उहदे हुक्म अनुसार ही कोई बंदा भैड़ा बन जांदा है। उहदे हुक्म उस अकाल पुरख दे हुक्म दे लिखे अनुसार ही सानू दुख ते सुख मिलदे हन। हुक्म विच ही कदी मनुखां उत्ते अकाल पुरख दे दर तो बख्शिश भी हुंदी है, रहमतां भी मिलदियां हन, ते उहदे हुक्म अनुसार ही कुछ लोकां नू तशद्दद भी मिलदे हन ते अत्याचार भी मिलदे हन। हुक्म है अंदर सब को, बाहर हुक्म ना कोई, नानक हुक्म है जे बूझै तां हौमै कहे ना कोई। कि सारी सृष्टि दे जीव उस प्रभु दे उस अकाल पुरख दे हुक्म दे विच बज्झे हुए ने, ते कोई भी जीव उस दे हुक्म तो बाहर नहीं है, ते ना ही वो कदे हो सकता है। हे नानक, जे अकाल पुरख दे हुक्म दी समझ पै जावे, जिस जीव नूं अकाल पुरख दा जिहड़ा हुक्म है वो समझ आ जावे, आपां है सारे ही उस हुक्म दे विच है पर सानू समझ नहीं है कि वो हुक्म की है। ते जिहड़े मनुख नूं उस हुक्म की समझ आ जाती है तो फिर वो स्वार्थी गल्लां नहीं करता। तो एक तरह नाल आपां कह सकते हैं कि उस हुक्म नूं समझ लेना ही उस परमात्मा नूं पा लेना है। कावै को तान होवै किसा तान, कावै को दात जाणै निशान। को शब्द का अर्थ है इत्थे कोई मनुख, तो जिस किसी मनुख नूं समर्था हुंदी है, यानी कि जिस किसी मनुख नूं उस परमात्मा की समझ आ जाती है तो वह रब की शक्ति के गुण गाउंदा है, उहदे चंगे कम्मां दी
ਸਿਫਤ ਸਲਾਹ ਕਰਦਾ ਹੈ, ਉਹਦੇ ਨਾਲ ਰੱਬ ਦੀ ਤਾਕਤ ਹੋਰ ਵੱਡੀ ਹੁੰਦੀ ਹੈ। ਤੇ ਕੋਈ ਮਨੁੱਖ ਅਜਿਹਾ ਹੁੰਦੇ ਨੇ ਜਿਹੜੇ ਰੱਬ ਦੀਆਂ ਦਾਤਾਂ ਨੂੰ ਗਾਉਂਦੇ ਨੇ ਕਿ ਰੱਬ ਨੇ ਸਾਨੂੰ ਆਹ ਦਿੱਤਾ, ਰੱਬ ਨੇ ਸਾਨੂੰ ਉਹ ਦਿੱਤਾ। ਉਹ ਇੱਥੇ ਹੁਣ ਫਰਕ ਹੈ ਕਿ ਕੋਈ ਮਨੁੱਖ ਰੱਬ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਸਮਝ ਕੇ ਉਹਨੂੰ ਰੱਬ ਦੀ ਤਾਕਤ ਸਮਝਦਾ, ਤੇ ਕੋਈ ਰੱਬ ਦੀਆਂ ਰਹਿਮਤਾਂ ਨੂੰ ਉਹਦੀ ਤਾਕਤ ਸਮਝਦਾ। ਅਗਲੀ ਪੰਕਤੀ ਵੀ ਇਹਦੇ ਨਾਲ ਮਿਲਦੀ ਜੁਲਦੀ ਹੈ ਕਿ ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਕਿ ਕੋਈ ਮਨੁੱਖ ਰੱਬ ਦੀਆਂ ਵਡਿਆਈਆਂ ਦਾ ਵਰਣਨ ਕਰਦਾ ਹੈ, ਰੱਬ ਦੇ ਸੋਹਣੇ ਗੁਣਾਂ ਦੇ ਗੁਣ ਗਾਉਂਦਾ ਹੈ, ਤੇ ਕੋਈ ਮਨੁੱਖ ਉਹਦੀ ਵਿਚਾਰਧਾਰਾ ਤੇ ਵਿਚਾਰ ਕਰਦਾ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤੇ ਉਹਨੂੰ ਅੱਗੇ ਲੋਕਾਂ ਤੱਕ ਲੈ ਕੇ ਜਾਣ ਦੀ, ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਪਿਛਲੀਆਂ ਦੋ ਪੰਕਤੀਆਂ ਦੀ ਤਰ੍ਹਾਂ ਇਸ ਪੰਕਤੀ ਦੇ ਵਿੱਚ ਵੀ ਗੁਰੂ ਸਾਹਿਬ ਦੋ ਤਰ੍ਹਾਂ ਦੇ ਮਨੁੱਖਾਂ ਦੀ ਤੁਲਨਾ ਕਰ ਰਹੇ ਨੇ, ਤੇ ਇੱਥੇ ਉਹ ਇਹ ਕਹਿ ਰਹੇ ਨੇ ਕਿ ਇੱਕ ਮਨੁੱਖ ਉਹ ਹੈ ਜੋ ਅਕਾਲ ਪੁਰਖ ਦੀ ਪ੍ਰਸ਼ੰਸਾ ਇਦਾਂ ਕਰਦਾ ਹੈ ਕਿ ਅਕਾਲ ਪੁਰਖ ਸਰੀਰ ਨੂੰ ਬਣਾਉਂਦਾ ਹੈ ਤੇ ਸਰੀਰ ਨੂੰ ਮਿਟਾ ਦਿੰਦਾ ਹੈ, ਤੇ ਦੂਜਾ ਮਨੁੱਖ ਇਹ ਕਹਿੰਦਾ ਹੈ ਕਿ ਅਕਾਲ ਪੁਰਖ ਆਤਮਾ ਨੂੰ ਬਣਾਉਂਦਾ ਹੈ ਤੇ ਆਤਮਾ ਨੂੰ ਇੱਕ ਸਰੀਰ ਦੇ ਵਿੱਚੋਂ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾ ਦਿੰਦਾ ਹੈ। ਤਾਂ ਇੱਥੇ ਇਹ ਦੋਨਾਂ ਮਨੁੱਖਾਂ ਦੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਤੁਲਨਾ ਕੀਤੀ ਜਾ ਰਹੀ ਹੈ ਕਿ ਦੋ ਤਰ੍ਹਾਂ ਦੇ ਮਨੁੱਖ ਨੇ ਜੋ ਪਰਮਾਤਮਾ ਨੂੰ ਆਪੋ ਆਪਣੇ ਢੰਗ ਨਾਲ ਬਿਆਨ ਕਰਦੇ ਨੇ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਦੀ ਵਿਆਖਿਆ ਇੱਥੇ ਹੀ ਸਮਾਪਤ ਹੁੰਦੀ ਹੈ, ਪਰ ਸਮਾਪਤੀ ਤੋਂ ਪਹਿਲਾਂ ਆਪਾਂ ਇੱਕ ਵਾਰ ਜੋ ਕੁਝ ਵੀ ਆਪਾਂ ਸਿੱਖਿਆ ਹੈ, ਜੋ ਕੁਝ ਵੀ ਹੁਣ ਸੁਣਿਆ, ਉਹਦੀ ਇੱਕ ਨਿਚੋੜ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਗੁਰੂ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਮੂਲ ਮੰਤਰ ਤੋਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਤੇ ਉਹਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜੋ ਜੁਗਾਂ ਜੁਗਾਂ ਤੋਂ ਅਟੱਲ ਹੈ, ਉਹ ਕਦੇ ਵੀ ਬਦਲੇਗਾ ਨਹੀਂ। ਉਹ ਪਹਿਲਾਂ ਵੀ ਸੀ ਤੇ ਉਹ ਹੁਣ ਵੀ ਹੈ ਤੇ ਉਹ ਭਵਿੱਖ ਵਿੱਚ ਵੀ ਰਹੇਗਾ। ਤੇ ਅੱਗੇ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ, ਜਿਹਦੇ ਵਿੱਚ ਵੀ ਉਹਨਾਂ ਨੇ ਕਿਹਾ, ਗੁਰੂ ਸਾਹਿਬ ਨੇ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਸੰਸਾਰੀ ਲੋਕ ਕੀ ਕਰਦੇ ਨੇ, ਕਿ ਉਹ ਸੋਚਦੇ ਨੇ, ਸੋਚਾਂ ਰੱਖਦੇ ਨੇ, ਸੋਚੀ ਰੱਖਦੇ ਨੇ, ਪਵਿੱਤਰਤਾ ਰੱਖਦੇ ਨੇ, ਤੇ ਫਿਰ ਉਹ ਤਾਰ ਲਾਈ ਰੱਖਦੇ ਨੇ, ਸਮਾਧੀ ਲਾਈ ਰੱਖਦੇ ਨੇ ਕਿ ਉਸ ਤਰ੍ਹਾਂ ਸਾਨੂੰ ਪਰਮਾਤਮਾ ਮਿਲ ਜਾਵੇ। ਤਾਂ ਫਿਰ ਉਹ ਸੰਸਾਰ ਦੇ ਸਾਰੇ ਪਦਾਰਥ ਵੀ ਇਕੱਠੇ ਕਰ ਲੈਂਦੇ ਨੇ ਤੇ ਆਪ ਦੇ ਵਿੱਚ ਬਹੁਤ ਸਾਰੀਆਂ ਚਤੁਰਾਈਆਂ ਵੀ ਭਰ ਲੈਂਦੇ ਨੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਜਿਹਾ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪਰਮਾਤਮਾ ਨਹੀਂ ਮਿਲਦਾ। ਤਾਂ ਫਿਰ ਗੁਰੂ ਸਾਹਿਬ ਕੁਐਸਚਨ ਕਰਦੇ ਨੇ, ਪ੍ਰਸ਼ਨ ਕਰਦੇ ਨੇ ਕਿ ਜੇ ਇਦਾਂ ਨਹੀਂ ਹੈ ਤਾਂ ਫਿਰ ਪਰਮਾਤਮਾ ਕਿਵੇਂ ਮਿਲ ਸਕਦਾ। ਤਾਂ ਇੱਥੇ ਹੀ ਉਹ ਉੱਤਰ ਵੀ ਦਿੰਦੇ ਨੇ ਕਿ ਉਹਦੀ ਰਜ਼ਾ ਦੇ ਵਿੱਚ ਚੱਲਣਾ ਹੀ ਪਰਮਾਤਮਾ ਨੂੰ ਪਾਉਣਾ ਹੈ, ਉਹਦੇ ਹੁਕਮ ਨੂੰ ਸਮਝ ਲੈਣਾ, ਜਿਹਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ ਇਸ ਸ੍ਰਿਸ਼ਟੀ ਦੇ ਵਿੱਚ। ਸਾਰੇ ਜੀਵ ਜੰਤੂ, ਮਨੁੱਖ ਸਭ ਉਸ ਅਕਾਲ ਪੁਰਖ ਦੇ ਹੁਕਮ ਦੇ ਅਧੀਨ ਹਨ ਤੇ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੀ। ਗੱਲ ਸਿਰਫ ਇੰਨੀ ਹੈ ਕਿ ਜੋ ਇਨਸਾਨ, ਜੋ ਜੀਵ ਜੰਤੂ ਉਹਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਉਹਨੂੰ ਪਾ ਵੀ ਲੈਂਦਾ ਹੈ। ਚੱਲਦੇ ਆਪਾਂ ਸਾਰੇ ਹੀ ਉਹਦੇ ਹੁਕਮ ਅਨੁਸਾਰ ਹਾਂ। ਤੇ ਅੱਗੇ ਗੁਰੂ ਸਾਹਿਬ ਨੇ ਦੋ ਤਰ੍ਹਾਂ ਦੇ ਮਨੁੱਖਾਂ ਦੀ ਤੁਲਨਾ ਕੀਤੀ ਹੈ। ਆਖਰੀ ਤਿੰਨ ਪੰਕਤੀਆਂ ਜਿਹੜੀਆਂ ਇਸ ਪਹਿਲੇ ਅੰਗ ਦੀਆਂ ਨੇ ਕਿ ਕੋਈ ਮਨੁੱਖ ਉਹਦੀਆਂ ਦਾਤਾਂ ਦੇ ਗੁਣ ਗਾਉਂਦਾ ਹੈ ਤੇ ਕੋਈ ਉਹਦੀ ਵਿਚਾਰਧਾਰਾ ਦੇ ਗੁਣ ਗਾਉਂਦਾ ਹੈ। ਕੋਈ ਮਨੁੱਖ ਉਹਦੇ ਵਿਚਾਰਧਾਰਾ ਦੇ ਉੱਤੇ ਵਿਚਾਰ ਕਰਦਾ ਹੈ ਤਾਂ ਕੋਈ ਉਹਦੀਆਂ ਸਿਰਫ ਵਡਿਆਈਆਂ ਹੀ ਗਾਉਂਦਾ ਹੈ ਕਿ ਜੋ ਉਸਨੇ ਸੁਣਿਆ ਉਹਨੂੰ ਉਸੇ ਤਰ੍ਹਾਂ ਮੰਨ ਲੈਂਦਾ ਹੈ, ਤੇ ਕੋਈ ਉਸ ਚੀਜ਼ ਦੇ ਉੱਤੇ ਵਿਚਾਰ ਕਰਦਾ ਹੈ ਕਿ ਅਜਿਹਾ ਹੈ ਤਾਂ ਅਜਿਹਾ ਕਿਉਂ ਹੈ। ਤਾਂ ਕੋਈ ਮਨੁੱਖ ਉੱਥੇ ਕਹਿੰਦਾ ਹੈ ਕਿ ਗੁਰੂ ਸਾਹਿਬ ਜਿਹੜੇ ਨੇ ਉਹ ਇੱਕ ਸਰੀਰ ਬਣਾਉਂਦੇ ਨੇ ਤੇ ਸਰੀਰ ਨੂੰ ਮਿਟਾ ਦਿੰਦੇ ਨੇ। ਤਾਂ ਉੱਥੇ ਹੀ ਦੂਜਾ ਮਨੁੱਖ ਕਹਿੰਦਾ ਹੈ ਕਿ ਗੁਰੂ ਸਾਹਿਬ ਸਰੀਰ ਨਹੀਂ, ਆਤਮਾ ਬਣਾਉਂਦੇ ਨੇ ਤੇ ਉਹ ਆਤਮਾ ਕਦੇ ਮਰਦੀ ਨਹੀਂ, ਉਹ ਆਤਮਾ ਕਦੇ ਨਸ਼ਟ ਨਹੀਂ ਹੁੰਦੀ, ਉਹ ਆਤਮਾ ਇੱਕ ਸਰੀਰ ਤੋਂ ਦੂਜੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ। ਤਾਂ ਇੱਥੇ ਹੀ ਆਪਾਂ ਅੱਜ ਦੀ ਇਸ ਸਭਾ ਦੀ ਸਮਾਪਤੀ ਕਰਦੇ ਹਾਂ। ਅਸੀਂ ਅਗਲੀ ਵੀਡੀਓ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਸਰੇ ਅੰਗ ਦੀ ਵਿਆਖਿਆ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।